ਗਿਆਨਮ ਅਬੋਰਡ ਦੇ ਆਨਲਾਈਨ ਪਲੇਟਫਾਰਮ ਦੇ ਤੁਹਾਡਾ ਸਭ ਦਾ ਸਵਾਗਤ ਹੈ। ਤਾਂ ਜੋ ਪੀਪੀਐਸਸੀ ਦੇ ਅੰਡਰ ਹੈਡਮਾਸਟਰ ਪ੍ਰਿੰਸੀਪਲ ਬੀਪੀਓ ਦੀ ਵੈਕੈਂਸੀਜ਼ ਆਊਟ ਹੋਈਆਂ ਸੀ, ਉਹਦੇ ਲਈ ਜੋ ਫਰੈਸ਼ ਬੈਚ ਹੈ ਉਹ ਆਲਰੇਡੀ ਸਟਾਰਟ ਹੋ ਚੁੱਕਿਆ ਹੈ। ਗਿਆਨਮ ਅਬੋਰਡ ਦੀ ਐਪਲੀਕੇਸ਼ਨ ਤੁਸੀਂ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਅਦਰਵਾਈਜ਼ ਤੁਹਾਨੂੰ YouTube ਦੀ ਵੀਡੀਓ ਦੇ ਲਿੰਕ ਮਿਲ ਜਾਏਗਾ, ਉਹ ਲਿੰਕ ਤੇ ਕਲਿੱਕ ਕਰਕੇ ਤੁਸੀਂ ਕਲਾਸਿਸ ਜੁਆਇਨ ਕਰ ਸਕਦੇ ਹੋ ਗਿਆਨਮ ਅਬੋਰਡ ਦੀ ਐਪਲੀਕੇਸ਼ਨ ਦੇ ਉੱਪਰ। ਤਾਂ ਆਪਣੀ ਜਿਹੜੀ ਲਾਸਟ ਕਲਾਸਿਸ ਸੀ ਹਿਸਟਰੀ ਤੇ ਪੋਲਿਟਿਕਸ ਦਾ ਆਪਾਂ ਆਲਰੇਡੀ ਹਲਕਾ ਟੱਚ ਬਿਲਕੁਲ ਬੇਸਿਕਸ ਤੋਂ ਆਪਾਂ ਦੇਖ ਲਿਆ ਸੀ, ਉਹਦੇ ਵਿੱਚ ਕੀ ਆਉਣ ਵਾਲਾ ਹੈ, ਕੀ ਪੜ੍ਹਨਾ ਹੈ, ਤੇ ਪੋਲਿਟਿਕਸ ਦਾ ਆਪਾਂ ਟੌਪਿਕ ਆਲਰੇਡੀ ਸਟਾਰਟ ਕਰ ਚੁੱਕੇ ਹਾਂ। ਲਾਸਟ ਕਲਾਸ ਦੇ ਵਿੱਚ ਆਪਾਂ ਹਿਸਟਰੀ ਦੀ ਡਿਟੇਲ ਡਿਸਕਸ਼ਨ ਕਰੀ ਸੀ, ਹਿਸਟਰੀ ਦੇ ਵਿੱਚ ਸੀਕੁਐਂਸ ਦੇ ਵਿੱਚ ਕੀ ਹੈ। ਦੇਖੋ ਆਪਾਂ ਪੜਨ ਜਾ ਰਹੇ ਹਾਂ ਤਾਂ ਆਪਾਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਆਪਾਂ ਐਕਚੁਅਲੀ ਪੜਨਾ ਕੀ ਹੈ। ਆਪਾਂ ਨੂੰ ਅਗਰ ਰਸਤਾ ਹੀ ਨਾ ਪਤਾ ਹੋਏਗਾ ਤਾਂ ਆਪਾਂ ਕੁਝ ਕਲੈਰੀਫਿਕੇਸ਼ਨ ਨਹੀਂ ਦੇ ਸਕਦੇ ਆਪਾਂ ਪਹੁੰਚਣਾ ਕਿੱਥੇ ਹੈ। ਤਾਂ ਆਪਾਂ ਨੂੰ ਪਹਿਲਾਂ ਪੜਨ ਤੋਂ ਪਹਿਲਾਂ ਸਾਰੀ ਸਿਲੇਬਸ ਦੀ ਨੌਲੇਜ ਹੋਣੀ ਚਾਹੀਦੀ ਹੈ। ਤਾਂ ਨੌਲੇਜ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਹਿਸਟਰੀ ਦੇ ਬਿਲਕੁਲ ਬੇਸਿਕਸ ਤੋਂ ਲਾ ਕੇ ਐਂਡ ਤੱਕ, ਅਗਰ ਮੈਂ ਗੱਲ ਕਰਾਂ ਐਂਸ਼ੀਅੰਟ ਹਿਸਟਰੀ ਦੀ ਸਟਾਰਟਿੰਗ ਤੋਂ ਲਾ ਕੇ ਮਾਡਰਨ ਦੇ ਐਂਡ ਤੱਕ ਮੈਂ ਤੁਹਾਨੂੰ ਸਾਰੀ ਸਿਲੇਬਸ ਦੱਸਦਾ ਆਪਾਂ ਕੀ ਪੜਨਾ ਹੈ, ਕੀ ਸੀਕੁਐਂਸ ਦੇ ਵਿੱਚ ਰਹਿਣ ਵਾਲਾ ਹੈ। ਤਾਂ ਅੱਜ ਆਪਾਂ ਜੋ ਗੱਲ ਕਰਨ ਜਾ ਰਹੇ ਹਾਂ ਉਹ ਗੱਲ ਕਰਨ ਜਾ ਰਹੇ ਹਾਂ ਜਿਓਗ੍ਰਾਫੀ ਦੇ ਉੱਪਰ। ਤਾਂ ਜਿਓਗ੍ਰਾਫੀ ਦੇ ਸਿਲੇਬਸ ਦੇ ਵਿੱਚ ਕੀ ਰਹੇਗਾ। ਦੇਖੋ ਜਿਓਗ੍ਰਾਫੀ ਦਾ ਸਿਲੇਬਸ ਅਗਰ ਵੈਸੇ ਆਪਾਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਵਾਸਟ ਹੁੰਦਾ ਜਿਓਗ੍ਰਾਫੀ ਏਰੀਆ। ਆਪਣੇ ਪੀਪੀਐਸਸੀ ਦੇ ਅੰਡਰ ਵੀ ਕਾਫੀ ਵਾਸਟ ਏਰੀਆ ਰਹੇਗਾ ਜਿਓਗ੍ਰਾਫੀ ਦਾ। ਉਹਨਾਂ ਨੇ ਸਿਲੇਬਸ ਦੇ ਵਿੱਚ ਟੌਪਿਕ ਤਾਂ ਨਹੀਂ ਮੈਂਸ਼ਨ ਕਰਿਆ ਹੈ, ਲੇਕਿਨ ਆਪਾਂ ਓਵਰਆਲ ਪੂਰੀ ਜਿਓਗ੍ਰਾਫੀ ਕੰਪਲੀਟ ਕਰਨੀ ਹੈ ਤਾਂ ਆਪਾਂ ਜਿਓਗ੍ਰਾਫੀ ਦਾ ਕੋਈ ਵੀ ਪੋਰਸ਼ਨ ਸਕਿਪ ਨਹੀਂ ਕਰਾਂਗੇ। ਤਾਂ ਜਿਵੇਂ ਆਪਣੀ ਹਿਸਟਰੀ ਜਿਹੜੀ ਸੀ ਉਹ 3 ਪਾਰਟਸ ਦੇ ਵਿੱਚ ਡਿਵਾਈਡ ਸੀ, ਉਵੇਂ ਜਿਹੜੀ ਜਿਓਗ੍ਰਾਫੀ ਹੈ ਉਹ ਵੀ 3 ਪਾਰਟਸ ਦੇ ਵਿੱਚ ਵੰਡੀ ਹੋਈ ਹੈ। ਜਿਓਗ੍ਰਾਫੀ ਦੇ 3 ਪਾਰਟਸ ਕਿਹੜੇ ਹੈਗੇ ਆ? ਇੱਕ ਆਪਣੇ ਕੋਲ ਹੈ ਵਰਲਡ ਜਿਓਗ੍ਰਾਫੀ, ਸੈਕਿੰਡ ਆਪਣੇ ਕੋਲ ਹੈਗੀ ਹੈ ਫਿਜ਼ੀਕਲ ਜਿਓਗ੍ਰਾਫੀ, ਤੀਸਰੀ ਆਪਣੇ ਕੋਲ ਹੈਗੀ ਹੈ ਇੰਡੀਅਨ ਜਿਓਗ੍ਰਾਫੀ। ਤਾਂ ਆ 3 ਪਾਰਟਸ ਹੈਗੇ ਨੇ ਕਾਦੇ ਜਿਓਗ੍ਰਾਫੀ ਦੇ ਵੀ। ਪਹਿਲੀ ਜਿਵੇਂ ਹੈਗੀ ਆਪਣੇ ਕੋਲ ਵਰਲਡ ਜਿਓਗ੍ਰਾਫੀ। ਦੇਖੋ ਜਿਓਗ੍ਰਾਫੀ ਦਾ ਐਕਚੁਅਲੀ ਮੀਨਿੰਗ ਆਪਾਂ ਅਗਰ ਸਮਝਣਾ ਚਾਹੀਏ ਤਾਂ ਜਿਓਗ੍ਰਾਫੀ ਹੈ ਕੀ। ਆਪਾਂ ਇੱਥੇ ਧਰਤੀ ਤੇ ਖੜੇ ਆ, ਧਰਤੀ ਤੋਂ ਲਾ ਕੇ ਅਸਮਾਨ ਤੱਕ ਜੋ ਚੀਜ਼ਾਂ ਆਣਗੀਆਂ, ਈਵਨ ਕਿ ਧਰਤੀ ਦੇ ਆਪਾਂ ਅੰਦਰ ਚੱਲ ਜਾਈਏ, ਧਰਤੀ ਦੇ ਅੰਦਰ ਕੀ ਹੈ, ਧਰਤੀ ਦੇ ਉੱਪਰ ਕੀ ਹੈ, ਧਰਤੀ ਦੇ ਉੱਪਰ ਹਵਾ ਦੇ ਵਿੱਚ ਕੀ ਹੈ, ਹਵਾ ਤੋਂ ਉੱਪਰ ਬਾਹਰ ਜਾਈਏ ਆਪਣੇ ਅਰਥ ਤੋਂ ਬਾਹਰ, ਅਰਥ ਤੋਂ ਬਾਹਰ ਕੀ ਹੈਗਾ, ਫਿਜ਼ੀਕਲ ਫੀਚਰਸ ਕੀ ਨੇ, ਆਪਣਾ ਕਲਾਈਮੇਟ ਕਿੱਦਾਂ ਦਾ ਹੈਗਾ, ਆਪਣੀ ਅਰਥ ਸਰਫੇਸ ਕੀ ਹੈ ਜਾਂ ਇੰਟਰਨਲ ਅਰਥ ਦੇ ਵਿੱਚ ਕੀ ਹੈ, ਉਹ ਸਾਰਾ ਕੁਝ ਕੀ ਹੁੰਦਾ ਹੈ, ਉਹ ਜਿਓਗ੍ਰਾਫੀ ਹੀ ਹੁੰਦੀ ਹੈ। ਤਾਂ ਜਿਓਗ੍ਰਾਫੀ ਦੇ ਅਗਰ ਪਾਰਟਸ ਵੰਡੀ, ਆਪਾਂ ਨੂੰ ਜਿਓਗ੍ਰਾਫੀ ਸਟੱਡੀ ਕਰਨ ਲਈ 3 ਪਾਰਟਸ ਵਿੱਚ ਜਿਹੜੀ ਵੰਡੀ ਹੈ। ਜਿਵੇਂ ਵਰਲਡ ਹੈ, ਦੇਖੋ ਪੂਰਾ ਵਰਲਡ ਅਗਰ ਆਪਾਂ ਵਰਲਡ ਮੈਪ ਦੇਖਦੇ ਹਾਂ ਦੋ ਹੀ ਚੀਜ਼ਾਂ ਆਪਾਂ ਨੂੰ ਦਿਖਾਈ ਦਿੰਦੀਆਂ ਨੇ। ਇੱਕ ਤਾਂ ਉਹਦੇ ਉੱਪਰ ਹੁੰਦਾ ਲੈਂਡ ਜ਼ਮੀਨ, ਦੂਸਰੀ ਆਪਣੇ ਕੋਲ ਹੁੰਦਾ ਪਾਣੀ ਵਾਟਰ। ਤਾਂ ਜਿਹੜਾ ਸਰਫੇਸ ਵਾਲਾ ਏਰੀਆ ਜਾਂ ਜ਼ਮੀਨ ਵਾਲਾ ਏਰੀਆ ਜਿਹੜਾ ਹੁੰਦਾ ਉਹਨੂੰ ਆਪਾਂ ਕੀ ਬੋਲ ਦਿੰਦੇ ਆ? ਕੰਟੀਨੈਂਟਸ। ਦੂਸਰੀ ਚੀਜ਼ ਜਿਹੜਾ ਪਾਣੀ ਵਾਲਾ ਏਰੀਆ ਹੁੰਦਾ ਉਹਨੂੰ ਆਪਾਂ ਕੀ ਬੋਲ ਦਿੰਦੇ ਆ? ਓਸ਼ੀਅਨਸ। ਮਤਲਬ ਪੂਰਾ ਜਿਹੜਾ ਵਰਲਡ ਹੈ ਨਾ ਉਹ 2 ਪਾਰਟਸ 'ਚ ਵੰਡਿਆ ਹੋਇਆ ਹੈ, ਜ਼ਮੀਨ ਦੇ ਉੱਪਰ ਤੇ ਪਾਣੀ ਦੇ ਵਿੱਚ। ਜਿਹੜਾ ਜ਼ਮੀਨ ਵਾਲਾ ਏਰੀਆ ਹੈਗਾ ਉਹਨੂੰ ਆਪਾਂ ਮਹਾਦੀਪ ਬੋਲ ਦਿੰਦੇ ਆ, ਪਾਣੀ ਵਾਲੇ ਨੂੰ ਮਹਾਸਾਗਰ ਬੋਲ ਦਿੰਦੇ ਆ। ਤਾਂ ਉਹੀ ਆਪਾਂ ਅੱਜ ਗੱਲ ਕਰ ਰਹੇ ਜਿਹੜਾ ਵਰਲਡ ਜਿਓਗ੍ਰਾਫੀ ਹੈ 2 ਪਾਰਟਸ 'ਚ ਡਿਵਾਈਡ ਹੈ। ਪਹਿਲੀ ਹੈ ਕੰਟੀਨੈਂਟਸ, ਦੂਸਰੇ ਹੈ ਓਸ਼ੀਅਨਸ। ਤਾਂ ਆ 2 ਪਾਰਟਸ ਹੈਗੇ ਨੇ। ਅਗਰ ਮੈਂ ਫਿਜ਼ੀਕਲ ਦੀ ਗੱਲ ਕਰਾਂ, ਦੇਖੋ ਸਭ ਤੋਂ ਇੰਪੋਰਟੈਂਟ ਪਾਰਟ ਜਿਹੜਾ ਰਹਿਣ ਵਾਲਾ ਉਹ ਫਿਜ਼ੀਕਲ ਰਹਿਣ ਵਾਲਾ ਹੈ। ਬਿਕੋਜ਼ ਜਦੋਂ ਆਪਾਂ ਇੰਡੀਅਨ ਜਿਓਗ੍ਰਾਫੀ ਸਟਾਰਟ ਕਰਾਂਗੇ ਨਾ ਤਾਂ ਇੰਡੀਅਨ ਜਿਓਗ੍ਰਾਫੀ ਪੂਰੀ ਤਰ੍ਹਾਂ ਸਮਝਣ ਤੋਂ ਪਹਿਲਾਂ ਆਪਾਂ ਨੂੰ ਫਿਜ਼ੀਕਲ ਜਿਓਗ੍ਰਾਫੀ ਆਣੀ ਜ਼ਰੂਰੀ ਹੈ। ਮਤਲਬ ਫਿਜ਼ੀਕਲ ਜਿਓਗ੍ਰਾਫੀ ਐਕਚੁਅਲ ਦੇ ਵਿੱਚ 4 ਪਾਰਟਸ 'ਚ ਵੰਡੀ ਹੋਈ ਹੈ। ਦੇਖੋ ਅਗਰ ਬੇਸਿਕ ਸਟਾਰਟ ਕਰੀਏ, ਜਿਵੇਂ ਆਪਾਂ ਸਰਫੇਸ ਦੇ ਉੱਪਰ ਖੜੇ ਆ ਤਾਂ ਸਰਫੇਸ ਦੇ ਅੰਦਰ ਕੀ ਹੈ, ਸਰਫੇਸ ਦੇ ਉੱਪਰ ਕੀ ਹੈ। 2 ਚੀਜ਼ਾਂ ਹੋ ਗਈਆਂ, ਇੱਕ ਸਰਫੇਸ ਦੇ ਅੰਦਰ, ਇੱਕ ਖੁਦ ਸਰਫੇਸ। ਸਰਫੇਸ ਦੇ ਬਾਹਰ ਮਿੱਟੀ ਹੈ, ਮਿੱਟੀ ਉਹਦੇ ਅੰਦਰ ਕੀ ਹੈ, ਇੰਟੀਰੀਅਰ ਸਟਰਕਚਰ ਕੀ ਹੈ, ਆਪਣੀ ਅਰਥ ਦਾ ਅੰਦਰੂਨੀ ਜਿਹੜਾ ਭਾਗ ਬਣਿਆ ਹੋਇਆ ਆਪਣੀ ਪ੍ਰਿਥਵੀ ਦਾ, ਉਹਦੇ ਵਿੱਚ ਕੀ ਹੈਗਾ। ਉਹਦੇ ਅੰਦਰ ਜਾਈਏ ਤਾਂ ਅਲੱਗ-ਅਲੱਗ ਚਟਾਨਾਂ ਆਉਂਦੀਆਂ, ਕੁਝ ਬਾਹਰ ਮਾਊਂਟੇਨਸ ਆ ਰਹੇ ਹੈ, ਜਾਂ ਫਿਰ ਉਹਦੇ ਅੰਦਰ ਆਪਾਂ ਕਹਿ ਦਈਏ ਭੂਚਾਲ ਆਉਂਦਾ ਹੈ, ਅਰਥਕਵੇਕ ਆਉਂਦਾ ਹੈ, ਕੁਝ ਪਲੇਟਸ ਟਕਰਾਉਂਦੀਆਂ ਆਪਸ ਦੇ ਵਿੱਚ, ਪਲੇਟ ਟੈਕਟੋਨਿਕਸ ਆਪਾਂ ਥਿਊਰੀਜ਼ ਵੀ ਪੜਾਂਗੇ। ਤਾਂ ਜਿਵੇਂ ਆ ਸਾਰੇ ਦਾ ਸਾਰਾ ਕੁਝ ਅਗਰ ਗੱਲ ਕਰੀਏ, ਇਹਨੂੰ ਆਪਾਂ ਕੀ ਬੋਲਦੇ ਹਾਂ, ਜਿੰਦੇ ਵਿੱਚ ਆਪਾਂ ਸਰਫੇਸ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਆਪਾਂ ਬੋਲਦੇ ਹਾਂ ਜੀਓਮੋਰਫੋਲੋਜੀ। ਤਾਂ ਪਹਿਲਾ ਪਾਰਟ ਆਪਣੇ ਕੋਲ ਕਿਹੜਾ ਹੈਗਾ ਫਿਜ਼ੀਕਲ ਦਾ, ਦੈਟ ਇਜ਼ ਜੀਓਮੋਰਫੋਲੋਜੀ। ਦੂਸਰੀ ਚੀਜ਼, ਅਰਥ ਤੋਂ ਥੋੜਾ ਜਿਹਾ ਉੱਪਰ ਉੱਠੀਏ। ਹੁਣ ਜਦੋਂ ਉੱਪਰ ਉੱਠਦੇ ਆ ਹਵਾ ਆ ਜਾਂਦੀ ਹੈ, ਹਵਾ ਦੇ ਵਿੱਚ ਆਪਾਂ ਜਾਈਏ ਤਾਂ ਤੁਸੀਂ 4-5 ਲੇਅਰ ਵੀ ਸੁਣੀਆਂ ਹੋਣੀਆਂ ਆਪਣੇ ਐਟਮੋਸਫੇਅਰ ਦੀ। ਆਪਣਾ ਜਿਹੜਾ ਵਾਯੂਮੰਡਲ ਆ ਉਹ ਸਾਰਾ ਆ ਜਾਂਦਾ ਹੈ। ਤਾਂ ਵਾਯੂਮੰਡਲ ਅਗਰ ਆਪਾਂ ਸਟੱਡੀ ਕਰੀਏ, ਵਾਯੂਮੰਡਲ ਦੇ ਵਿੱਚ ਅਲੱਗ-ਅਲੱਗ ਲੇਅਰਸ ਨੇ ਵਾਯੂਮੰਡਲ ਦੀਆਂ। ਉਹਦੇ ਬਾਅਦ ਆਪਾਂ ਕਹੀਏ ਜਿਹੜੀਆਂ ਹਵਾਵਾਂ ਚੱਲ ਰਹੀਆਂ, ਰੇਨਫੋਲ ਆ ਰਿਹਾ, ਕਲਾਊਡ ਫਾਰਮੇਸ਼ਨ ਹੋ ਰਹੀ ਹੈ, ਬੱਦਲ ਬਣ ਰਹੇ ਨੇ, ਜਾਂ ਪ੍ਰੈਸ਼ਰ ਬੈਲਟਸ ਬਣ ਰਹੀਆਂ ਨੇ, ਜਾਂ ਗਰਮੀ ਸਰਦੀ ਹੋ ਰਹੀ ਹੈ, ਉਹ ਸਾਰਾ ਕੁਝ ਕਿੱਧਰ ਆਏਗਾ ਆਪਣਾ, ਉਹ ਆ ਜਾਂਦਾ ਆਪਣਾ ਕਲਾਈਮੇਟ ਦੇ ਵਿੱਚ। ਆਪਾਂ ਉਹਨੂੰ ਕੀ ਬੋਲਦੇ ਆ? ਕਲਾਈਮੇਟੋਲੋਜੀ। ਮਤਲਬ ਆਪਣਾ ਸੈਕਿੰਡ ਪਾਰਟ ਜਿਹੜਾ ਰਹੇਗਾ ਉਹ ਕਿਹੜਾ ਰਹੇਗਾ, ਉਹਨੂੰ ਆਪਾਂ ਬੋਲਾਂਗੇ ਕਲਾਈਮੇਟੋਲੋਜੀ। ਅਗਰ ਆਪਾਂ ਆਪਣੀ ਪ੍ਰਿਥਵੀ ਦੇ ਉੱਪਰ ਇੱਕ ਏਰੀਆ ਦੇਖੀਏ ਤਾਂ ਆਪਣੇ ਕੋਲ ਹੈਗਾ ਜ਼ਮੀਨ ਵਾਲਾ, ਲੈਂਡ ਵਾਲਾ। ਦੂਸਰਾ ਆਪਾਂ ਜਿਹਨੂੰ ਆਪਾਂ ਕਿਹਾ ਜੀਓਮੋਰਫੋਲੋਜੀ। ਨੋ ਡਾਊਟ ਆਪਣੇ ਕੋਲ ਜਿਹੜਾ ਪਾਣੀ ਹੁੰਦਾ, ਪਾਣੀ ਦੇ ਅੰਦਰ ਵੀ ਜ਼ਮੀਨ ਹੁੰਦੀ ਹੈ, ਲੇਕਿਨ ਆਪਾਂ ਉਹਦੀ ਸਟੱਡੀ ਵੀ ਕਰਾਂਗੇ, ਉਹਨੂੰ ਵੀ ਜੀਓਮੋਰਫੋਲੋਜੀ ਦੇ ਵਿੱਚ ਹੀ ਕਵਰ ਕਰਾਂਗੇ। ਲੇਕਿਨ ਪਾਣੀ ਦੇ ਉੱਪਰ ਜਿਹੜਾ ਪਾਣੀ ਵਾਲਾ ਜਿਹੜਾ ਏਰੀਆ ਹੁੰਦਾ ਧਰਤੀ ਦੇ ਉੱਪਰ, ਤਾਂ ਉਹ ਪਾਣੀ ਵਾਲਾ ਏਰੀਆ ਜੇ ਆਪਾਂ ਗੱਲ ਕਰੀਏ ਜਿਹੜੇ ਓਸ਼ੀਅਨ ਹੈਗੇ ਨੇ, ਹੁਣ ਓਸ਼ੀਅਨ ਦੇ ਵਿੱਚ ਇੱਕਦਮ ਲਹਿਰਾਂ ਆਉਂਦੀਆਂ ਨੇ, ਟਾਈਡਸ ਆਉਂਦੇ ਆ, ਓਸ਼ੀਅਨ ਕਰੰਟਸ ਹੁੰਦੇ ਨੇ, ਉਹ ਤੋਂ ਵੇਵਸ ਨਿਕਲਦੀਆਂ ਨੇ। ਤਾਂ ਉਹ ਸਾਰੀ ਦੀ ਸਾਰੀ ਸਟੱਡੀ ਨੂੰ ਆਪਾਂ ਕੀ ਬੋਲਦੇ ਆ? ਉਹਨੂੰ ਬੋਲਦੇ ਆ ਓਸ਼ੀਨੋਲੋਜੀ। ਚੌਥੀ ਚੀਜ਼ ਆਪਣੇ ਕੋਲ ਕੀ ਹੈ? ਅਗਰ ਆਪਾਂ ਅਰਥ ਤੋਂ ਬਾਹਰ ਜਾਈਏ, ਅਰਥ ਤੋਂ ਆਪਣਾ ਬ੍ਰਹਿਮੰਡ ਆਏਗਾ, ਆਸੇ-ਪਾਸੇ ਆਪਣਾ ਜਿਹੜਾ ਅਰਥ ਹੈ ਇੱਕ ਗ੍ਰਹਿ ਹੈਗਾ, ਪਲੈਨਟ ਹੈ, ਉਹਦੇ ਆਸੇ-ਪਾਸੇ ਹੋਰ ਵੀ ਕਿੰਨੇ ਜ਼ਿਆਦਾ ਪਲੈਨਟਸ ਹੈਗੇ ਨੇ।
ਤਾਂ ਉਹ ਸਾਰੇ ਪਲੈਨਟ ਦੀ ਸਟੱਡੀ ਕਰੀਏ ਜਾਂ ਫਿਰ ਆਪਣੇ ਅਰਥ ਦੀ ਲੌਂਗੀਟਿਊਡ ਲੈਟੀਟਿਊਡ ਅਕਸ਼ਾਂਸ਼ ਤੇ ਦਿਸ਼ਾਂਤਰਾਂ ਦੀ ਸਟੱਡੀ ਕਰੀਏ। ਆਪਣਾ ਜਿਹੜਾ ਅਰਥ ਹੈਗੀ ਉਹਦੇ ਉੱਪਰ ਤੁਸੀਂ ਦੋ ਤਰ੍ਹਾਂ ਦੀ ਲਾਈਨਾਂ ਦੇਖੀਆਂ ਹੋਣੀਆਂ, ਹੋਰੀਜ਼ੋਨਟਲ ਹੁੰਦੀਆਂ ਨੇ ਤੇ ਵਰਟੀਕਲ ਹੁੰਦੀਆਂ ਨੇ। ਹੋਰੀਜ਼ੋਨਟਲ ਲਾਈਨਸ ਤੇ ਵਰਟੀਕਲ ਲਾਈਨਸ ਨੂੰ ਆਪਾਂ ਲੌਂਗੀਟਿਊਡ ਤੇ ਲੈਟੀਟਿਊਡ ਕਹਿੰਦੇ ਆ। ਉਹਨਾਂ ਦੀ ਸਟੱਡੀ ਆਪਾਂ ਕਿੱਥੇ ਕਰਾਂਗੇ? ਉਹ ਕਰਾਂਗੇ ਕੋਸਮੋਲੋਜੀ ਦੇ ਵਿੱਚ। ਤਾਂ ਆਪਣੇ ਕੋਲ ਚਾਰ ਚੀਜ਼ਾਂ ਹੋ ਗਈਆਂ। ਇੱਕ ਤਾਂ ਹੋ ਗਿਆ ਆਪਣੇ ਕੋਲ ਅਰਥ ਦਾ ਸਰਫੇਸ, ਉਹਦੇ ਅੰਦਰ ਕੀ ਹੈ, ਉਹਦੇ ਉੱਪਰ ਕੀ ਹੈ। ਇੱਕ ਹੋ ਗਿਆ ਆਪਣੀ ਹਵਾ ਸਾਰੀ, ਕਲਾਈਮੇਟ, ਆਪਣੀ ਕਲਾਈਮੇਟੋਲੋਜੀ ਜਿਹੜੀ ਅੰਦਰ ਹੋਗੀ, ਨੀਚੇ ਵਾਲੀ ਉਹ ਜੀਓਮੋਰਫੋਲੋਜੀ ਹੋਗੀ, ਕਲਾਈਮੇਟੋਲੋਜੀ ਹੋਗੀ। ਪਾਣੀ ਵਾਲਾ ਸਾਰਾ ਏਰੀਆ ਆਪਣੇ ਕੋਲ ਓਸ਼ਨੋਲੋਜੀ ਹੋਗੀ। ਤੇ ਆਪਾਂ ਉੱਪਰ ਬ੍ਰਹਮਾਂਡ ਦੀ ਗੱਲ ਕਰੀਏ, ਆਪਣੇ ਅਰਥ ਦੇ ਆਊਟਰ ਸਟਰਕਚਰ ਦੀ ਗੱਲ ਕਰੀਏ, ਉਹਨੂੰ ਆਪਾਂ ਕੀ ਕਹਿ ਦਾਂਗੇ? ਕੋਸਮੋਲੋਜੀ। ਤਾਂ ਆਪਣੇ ਕੋਲ ਚਾਰ ਪਾਰਟਸ ਰਹਿੰਦੇ ਆ। ਹੁਣ ਆਪਾਂ ਤੀਸਰੀ ਚੀਜ਼ ਦੇ ਉੱਪਰ ਆਈਏ, ਉਹ ਆਪਣੇ ਕੋਲ ਹੈਗੀ ਹੈ ਇੰਡੀਅਨ ਜਿਓਗ੍ਰਾਫੀ, ਜਿਹੜੀ ਕਿ ਮੋਸਟ ਇੰਪੋਰਟੈਂਟ ਰਹੇਗੀ ਆਪਣੇ ਪੇਪਰ ਵਾਸਤੇ। ਦੇਖੋ ਇੰਡੀਅਨ ਜਿਓਗ੍ਰਾਫੀ ਅੱਗੇ ਦੋ ਪਾਰਟਸ ਦੇ ਵਿੱਚ ਵੰਡੀ ਹੋਈ ਹੈ। ਪਹਿਲਾ ਪਾਰਟ ਆਪਣੇ ਕੋਲ ਹੈਗਾ ਪੋਲੀਟੀਕਲ, ਦੂਸਰਾ ਪਾਰਟ ਆਪਣੇ ਕੋਲ ਹੈਗਾ ਫਿਜ਼ੀਕਲ। देखो ਆਪਾਂ ਸੁਣਿਆ ਹੋਣਾ ਸਭ ਨੇ ਦੋ ਤਰ੍ਹਾਂ ਦੇ ਮੈਪ ਵੀ ਆਉਂਦੇ ਆ, ਪੋਲੀਟੀਕਲ ਮੈਪ ਆਉਂਦਾ, ਫਿਜ਼ੀਕਲ ਮੈਪ ਆਉਂਦਾ ਹੈ। ਪੋਲੀਟੀਕਲ ਦੀ ਗੱਲ ਕਰੀਏ ਤਾਂ ਪੋਲੀਟੀਕਲ ਦੇ ਵਿੱਚ ਆਪਾਂ ਕੀ ਪੜ੍ਹਨਾ ਹੈ? ਜਿਹੜੀ ਆਪਣੀ ਇੰਡੀਆ ਹੈ ਉਹਦੀ ਜਿਹੜੀ ਬਾਉਂਡਰੀ ਹੈ, ਆਊਟਰ ਬਾਉਂਡਰੀ ਕਿੱਦਾਂ ਦੀ ਹੈ, ਉਹਦੇ ਵਿੱਚ ਕਿੰਨੀਆਂ ਸਟੇਟਸ ਹੈਗੀਆਂ ਨੇ, ਕਿੰਨੀਆਂ ਯੂਟੀਜ਼ ਹੈਗੀਆਂ ਨੇ। ਜਿਵੇਂ ਆਪਾਂ ਨੂੰ ਪਤਾ ਹੈ ਐਟ ਰੀਸੈਂਟ ਚੇਂਜਸ ਆ ਚੁੱਕੀਆਂ ਨੇ, ਜਿਹੜੀਆਂ ਟੋਟਲ ਸਟੇਟਸ ਹੈਗੀਆਂ, ਨੰਬਰ ਆਫ ਸਟੇਟ 28 ਹੋ ਚੁੱਕੀਆਂ ਨੇ, ਤੇ ਕੇਂਦਰ ਸ਼ਾਸਿਤ ਪ੍ਰਦੇਸ਼ यूटीज बोले तो यूनियन टेरिटरीज, केंद्र शासित प्रदेश 8 हो चुके हैं। तो ਉਹ ਸਾਰੀਆਂ ਸਟੇਟ, ਉਹ ਸਾਰੀਆਂ ਯੂਟੀਜ਼, ਦੇਖੋ ਕੱਲੇ ਨਾਮ ਉਹਨਾਂ ਦੀ ਕੈਪੀਟਲ ਨਾਲ ਕੁਝ ਨਹੀਂ ਬਣਦਾ। ਜਿਹੜੇ ਅੱਛੇ ਲੈਵਲ ਦੇ ਐਗਜ਼ਾਮ ਹੈਗੇ ਨੇ ਆਪਣੇ ਪੀਪੀਐਸਸੀ ਲੈਵਲ ਤੱਕ ਤੇ, ਉਹਦੇ ਵਿੱਚ ਕੀ ਆ ਸਕਦਾ ਹੈ? ਆਪਣੀ ਮੰਨ ਲਓ ਆਪਣੀ ਪੰਜਾਬ ਸਟੇਟ ਹੈ, ਤਾਂ ਪੰਜਾਬ ਸਟੇਟ ਦੇ ਨਾਲ ਕਿਹੜੀ ਬਾਉਂਡਰੀ ਲੱਗ ਰਹੀ ਹੈ, ਕੇਰਲ ਹੈ, ਤਾਮਿਲਨਾਡੂ ਹੈ, ਮੱਧ ਪ੍ਰਦੇਸ਼ ਹੈ, ਉਹਨਾਂ ਨਾਲ ਕਿਹੜੀ ਬਾਉਂਡਰੀਜ਼ ਲੱਗ ਰਹੀਆਂ। ਈਵਨ ਕਿ ਆਪਾਂ ਪੂਰੀ ਡੈਪਥ ਦੇ ਵਿੱਚ ਲੈ ਕੇ ਜਾਵਾਂਗੇ ਇਸ ਚੀਜ਼ ਨੂੰ, ਕਿਹੜੀ ਸਟੇਟ ਦੇ ਵਿੱਚ ਕੀ ਇੰਪੋਰਟੈਂਟ ਚੀਜ਼ਾਂ ਹੈਗੀਆਂ। ਜਿਵੇਂ ਤੁਸੀਂ ਸੁਣਿਆ ਹੋਣਾ ਇੱਕ ਟੌਪਿਕ ਇਹ ਵੀ ਬੰਦਾ ਨੈਸ਼ਨਲ ਪਾਰਕ ਵਾਈਲਡ ਸੈਂਚੁਰੀਜ਼, ਜਿੱਥੇ ਜਿਹੜੀ ਵੀ ਸਟੇਟ ਦੀ ਗੱਲ ਹੋਏਗੀ ਆਪਾਂ ਨੈਸ਼ਨਲ ਪਾਰਕ ਵਾਈਲਡ ਸੈਂਚੁਰੀ, ਬਾਇਓਸਫੀਅਰ ਰਿਜ਼ਰਵ, ਟਾਈਗਰ ਰਿਜ਼ਰਵ, ਉਹ ਵੀ ਨਾਲ ਦੀ ਨਾਲ ਇਹਨਾਂ ਦੇ ਨਾਲ ਹੀ ਪੜਾਂਗੇ। ਦੈਟ ਮੀਨਸ ਆਪਣੇ ਕੋਲ ਕਾਫੀ ਡੈਪਥ ਦੇ ਵਿੱਚ ਆ ਵਾਲਾ ਟੌਪਿਕ ਵੀ ਜਾਣ ਵਾਲਾ ਹੈ। ਤਾਂ ਅੱਗੇ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਹੋਰ ਕੀ ਆ ਜਾਏਗਾ, ਆਪਣੀ ਜਿਹੜੀ ਕੰਟਰੀ ਦੀ ਬਾਉਂਡਰੀ ਹੈ, ਉਹ ਬਾਉਂਡਰੀ ਕਿਹੜੀ ਦੇਸ਼ ਨਾਲ ਲੱਗ ਰਹੀ ਹੈ। ਮਤਲਬ ਆਪਣੇ ਇੰਡੀਆ ਦੀ ਪੋਲੀਟੀਕਲ ਜਿਓਗ੍ਰਾਫੀ ਦੇ ਵਿੱਚ ਆਪਣੀ ਇੰਡੀਅਨ ਬਾਉਂਡਰੀ ਦੀ ਗੱਲ ਹੋਏਗੀ, ਬਾਉਂਡਰੀ ਦੇ ਵਿੱਚ ਆਊਟਰ ਬਾਉਂਡਰੀਜ਼ ਨਾਲ ਕਿਹੜੀ ਕੰਟਰੀ ਲੱਗ ਰਹੀ ਹੈ, ਜਾਂ ਵਾਟਰ ਬੋਡੀਜ਼ ਕਿਹੜੀ ਲੱਗ ਰਹੀਆਂ। ਆਪਾਂ ਨੂੰ ਪਤਾ ਜਿਹੜਾ ਆਪਣਾ ਇੰਡੀਆ ਹੈਗਾ ਉਹ ਪੈਨੀਸੂਲਰ ਇੰਡੀਆ ਹੈਗਾ, ਮਤਲਬ ਤਿੰਨ ਸਾਈਡ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ। ਤਾਂ ਇੱਕ ਸਾਈਡ ਆਪਣੇ ਕੋਲ ਅਰੇਬੀਅਨ ਸੀ, ਅਰਬ ਸਾਗਰ, ਬੰਗਾਲ ਦੀ ਖਾੜੀ, ਹਿੰਦ ਮਹਾਸਾਗਰ, ਇੰਡੀਅਨ ਓਸ਼ੀਅਨ, ਮਤਲਬ ਤਿੰਨ ਸਾਈਡ ਪਾਣੀ ਨਾਲ ਘਿਰਿਆ ਹੋਇਆ ਹੈ। ਤਾਂ ਉਹਨਾਂ ਦੇ ਕੀ ਇੱਥੇ ਇੰਪੋਰਟੈਂਸ ਰਹਿੰਦੀ ਹੈ ਆਪਣੀ ਫਿਜ਼ੀਕਲ ਪੋਲੀਟੀਕਲ ਜਿਓਗ੍ਰਾਫੀ ਦੇ ਵਿੱਚ, ਤਾਂ ਉਹਨੂੰ ਪੜਾਂਗੇ। ਅੱਗੇ ਚਲੀਏ ਆਪਣੇ ਇੰਡੀਅਨ ਦੇ ਵਿੱਚ ਫਿਜ਼ੀਕਲ ਦੇ ਵਿੱਚ। ਦੇਖੋ ਫਿਜ਼ੀਕਲ ਦੇ ਵਿੱਚ ਆਪਾਂ ਅਲੱਗ-ਅਲੱਗ ਚੀਜ਼ਾਂ ਪੜਾਂਗੇ, ਜਿਵੇਂ ਆਪਾਂ ਕਹਿ ਦਈਏ ਮਾਊਂਟੇਨ ਹੋ ਗਏ, ਪਰਬਤ ਹੋ ਗਏ, ਪਠਾਰ ਹੋ ਗਏ, ਮੈਦਾਨ ਹੋ ਗਏ। ਫਿਜ਼ੀਕਲ ਫੀਚਰਸ ਇੱਕ ਟੌਪਿਕ ਹੁੰਦਾ ਹੈ। ਇਹਦੇ ਤੋਂ ਇਲਾਵਾ ਫਿਜ਼ੀਕਲ ਜਿਓਗ੍ਰਾਫੀ ਦੇ ਵਿੱਚ ਹੋਰ ਵੀ ਇੰਪੋਰਟੈਂਟ ਪੁਆਇੰਟ ਬਣਦੇ ਨੇ। ਫਿਜ਼ੀਕਲ ਫੀਚਰਸ ਦੇ ਵਿੱਚ ਅਗਰ ਮੈਂ ਗੱਲ ਕਰਾਂ, ਜਿਵੇਂ ਮਾਊਂਟੇਨ, ਪਰਬਤ ਆ ਗਏ, ਮੈਦਾਨ ਆ ਗਏ, ਪਠਾਰ ਆ ਗਏ, ਪਲੇਟਿਊਜ਼ ਆ ਗਏ, ਪਲੇਨਸ ਆ ਗਏ। ਉਹਦੇ ਤੋਂ ਬਾਅਦ ਅਗਰ ਆਪਾਂ ਹੋਰ ਗੱਲ ਕਰੀਏ ਆਪਣੇ ਆਈਲੈਂਡਸ ਆ ਗਏ। ਅੱਗੇ ਹੋਰ ਚਲੀਏ, ਹੋਰ ਕਿਹੜੇ ਟੌਪਿਕਾਂ ਦੇ ਵਿੱਚ ਆਣਗੇ। ਇੱਕ ਆਪਾਂ ਰਿਵਰ ਸਿਸਟਮ ਪੜਾਂਗੇ। ਦੇਖੋ ਫਿਜ਼ੀਕਲ ਫੀਚਰਸ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਮਾਊਂਟੇਨ ਵਗੈਰਾ ਦੀ। ਅੱਗੇ ਰਿਵਰ ਸਿਸਟਮ ਅਲੱਗ, ਰਿਵਰ ਤੋਂ ਬਾਅਦ ਆਪਾਂ ਐਗਰੀਕਲਚਰ ਪੜਾਂਗੇ, ਐਗਰੀਕਲਚਰ ਤੋਂ ਬਾਅਦ ਟਰਾਂਸਪੋਰਟੇਸ਼ਨ ਪੜਾਂਗੇ, ਆਪਾਂ ਆਈਲੈਂਡਸ ਵੀ ਪੜਾਂਗੇ। ਇਵਨ ਆਈਲੈਂਡਸ ਤਾਂ ਆਪਾਂ ਇੱਥੇ ਵੀ ਪੜਾਂਗੇ ਫਿਜ਼ੀਕਲ ਫੀਚਰ ਦੇ ਵਿੱਚ, ਉਹਨਾਂ ਨੂੰ ਐਡ ਕਰ ਦਿੱਤਾ ਗਿਆ। ਤਾਂ ਹੁਣ ਆਪਾਂ ਆਈਲੈਂਡਸ ਅਲੱਗ ਨਹੀਂ, ਫਿਜ਼ੀਕਲ ਫੀਚਰ ਦੇ ਵਿੱਚ ਵੀ ਕਵਰ ਕਰ ਲਾਂਗੇ। ਤਾਂ ਕੁਝ ਆਪਣੇ ਐਦਾਂ ਦੇ ਟੌਪਿਕ ਬਣਦੇ ਆ ਇੰਡੀਅਨ ਜਿਓਗ੍ਰਾਫੀ ਦੇ ਵਿੱਚ। ਹੋਰ ਵੀ ਕਾਫੀ ਤਰ੍ਹਾਂ ਦੇ ਟੌਪਿਕ ਹੈਗੇ ਨੇ। ਤਾਂ ਜਿਵੇਂ ਚਲੋ ਮੈਂ ਤੁਹਾਨੂੰ ਟੌਪਿਕਸ ਦੀ ਲਿਸਟ ਇੱਥੇ ਦੱਸ ਦੇਣਾ। ਜਿਹੜੀ ਆਪਣੀ ਇੰਡੀਅਨ ਜਿਓਗ੍ਰਾਫੀ ਹੈਗੀ ਹੈ, ਇਹਦੇ ਵਿੱਚ ਆਪਾਂ ਪੜ੍ਹਨੇ ਨੇ ਮਾਊਂਟੇਨਸ, ਪਰਬਤ। ਮਾਊਂਟੇਨਸ ਤੋਂ ਅੱਗੇ ਚਲੀਏ ਆਪਾਂ ਤਾਂ ਆਣਗੇ ਆਪਣੇ ਕੋਲ ਪਲੇਨਸ। ਪਲੇਨਸ ਤੋਂ ਬਾਅਦ ਅੱਗੇ ਆਣਗੇ ਆਪਣੇ ਕੋਲ ਪਲੇਟਿਊਜ਼। ਪਲੇਟਿਊਜ਼ ਤੋਂ ਬਾਅਦ ਆਣਗੇ ਆਪਣੇ ਕੋਲ ਆਈਲੈਂਡਸ। ਆ ਆਪਣੇ ਕੋਲ ਮੇਜਰ ਟੌਪਿਕ ਰਹਿਣਗੇ ਕਾਦੇ? ਇੰਡੀਅਨ ਜਿਓਗ੍ਰਾਫੀ ਦੇ। ਹੁਣ ਇਹਦੇ ਵਿੱਚ ਹੀ ਜਿਹੜਾ ਆਪਾਂ ਦੇਖੋ ਸਿੰਪਲ ਜੀ ਗੱਲ ਹੈ, ਜਿਹੜੀ ਇੰਡੀਅਨ ਜਿਓਗ੍ਰਾਫੀ ਹੈ ਨਾ, ਉਹ ਫਿਜ਼ੀਕਲ ਦੇ ਨਾਲ ਕਾਫੀ ਮੈਚ ਹੁੰਦੀ ਹੈ। ਕਿੱਦਾਂ ਮੈਚ ਹੁੰਦੀ ਹੈ? ਅਗਰ ਮੈਂ ਗੱਲ ਕਰਾਂ ਆਪਣੇ ਕੋਲ ਜੀਓਮੋਰਫੋਲੋਜੀ ਦੀ, ਜੀਓਮੋਰਫੋਲੋਜੀ ਜ਼ਮੀਨ ਦੇ ਅੰਦਰ ਜਿੰਨਾ ਕੁਝ ਹੋਏਗਾ ਆਪਾਂ ਆਲਰੇਡੀ ਇਹਦੇ ਵਿੱਚ ਪੜ੍ਹ ਲੈਣਾ ਹੈ। ਕਲਾਈਮੇਟੋਲੋਜੀ, ਹੁਣ ਇੰਡੀਆ ਦੇ ਵਿੱਚ ਕਲਾਈਮੇਟ ਕਿੱਦਾਂ ਦਾ ਹੈ, ਇੰਡੀਆ ਦੇ ਵਿੱਚ ਜਿਹੜਾ ਏਰੀਆ ਹੈਗਾ ਉਹਦੇ ਜਿਹੜੀਆਂ ਵਿੰਡਸ ਹੈਗੀਆਂ ਨੇ, ਹਵਾਵਾਂ ਹੈਗੀਆਂ ਨੇ, ਕਿੱਦਾਂ ਆਉਂਦੀਆਂ ਨੇ। ਇੰਡੀਆ ਦੇ ਜਿਹੜਾ ਮੌਸਮ ਹੈਗਾ, ਮੌਨਸੂਨ ਹੈਗੀ ਆ, ਉਹ ਕਦੋਂ ਆਉਂਦੀ ਹੈ, ਕਿਵੇਂ ਚੇਂਜ ਹੁੰਦੀ ਹੈ, ਉਹਦਾ ਜਿਹੜਾ ਐਗਰੀਕਲਚਰ ਦੇ ਉੱਪਰ ਕੀ ਇਫੈਕਟ ਪੈਂਦਾ ਹੈ, ਜਾਂ ਇੰਡੀਆ ਦੀ ਫਿਜ਼ੀਕਲ ਫੀਚਰਸ ਦੇ ਵਿੱਚ ਇਹਦਾ ਕੀ ਇਫੈਕਟ ਹੈ। ਅੱਗੇ ਆਪਾਂ ਗੱਲ ਕਰੀਏ ਤਾਂ ਕਲਾਈਮੇਟੋਲੋਜੀ ਦੇ ਵਿੱਚ ਜਿਹੜੀਆਂ ਮੌਨਸੂਨ ਹੋ ਗਈਆਂ, ਵਿੰਡਸ ਹੋ ਗਈਆਂ, ਜਾਂ ਪ੍ਰੈਸ਼ਰ ਬੈਲਟਸ ਹੋ ਗਈਆਂ, ਪ੍ਰੈਸ਼ਰ ਬੈਲਟ ਦਾ ਇੱਥੇ ਆਪਣੇ ਕੋਲ ਕੀ ਇਫੈਕਟ ਪੈਂਦਾ ਹੈ। ਆਪਣੇ ਇੰਡੀਆ ਦੇ ਵਿੱਚ ਕਦੋਂ ਗਰਮੀ ਹੁੰਦੀ ਹੈ, ਕਦੋਂ ਸਰਦੀ ਹੁੰਦੀ ਹੈ, ਉਹ ਗਰਮੀ ਤੇ ਸਰਦੀ ਜਿਹੜੀ ਬਣ ਰਹੀ ਹੈ ਉਹਦੇ ਰੀਜ਼ਨ ਕੀ ਹੈਗੇ ਨੇ,
ਉਹ ਕਿੱਦਾਂ ਕਿੱਦਾਂ ਆਪਣੀ ਜਿਹੜੀ ਅਰਥ ਹੈ ਉਹ ਰੋਟੇਟ ਕਰਕੇ ਤੇ ਰਿਵੋਲਵ ਕਰਕੇ ਸਨ ਦੇ ਅਰਾਊਂਡ ਆਪਣੇ ਇੰਡੀਆ ਦੇ ਸੀਜ਼ਨ ਦੇ ਉੱਪਰ ਇਫੈਕਟ ਪਾ ਰਹੀ ਹੈ। ਤੇ ਇੰਡੀਆ ਦੇ ਵਿੱਚ ਜੋ ਜੋ ਇੰਪੋਰਟੈਂਟ ਫੈਕਚੁਅਲ ਚੀਜ਼ਾਂ ਬਣਦੀਆਂ ਨੇ, ਦੇਖੋ ਦੋ ਤਰ੍ਹਾਂ ਦੇ ਕੁਐਸਚਨ ਆਉਂਦੇ ਹੁੰਦੇ ਨੇ ਆਪਾਂ ਨੂੰ, ਇੱਕ ਤਾਂ ਹੁੰਦੇ ਨੇ ਫੈਕਟ ਬੇਸਿਸ, ਇੱਕ ਹੁੰਦੇ ਆ ਕਨਸੈਪਟ ਬੇਸਿਸ। ਜਿਹੜੇ ਫੈਕਟ ਬੇਸਿਸ ਰਹਿੰਦੇ ਨੇ ਉਹ ਆਪਾਂ ਕਵਰ ਕਰਨੇ ਆ, ਨਾਲ ਕਨਸੈਪਟ ਬੇਸਿਸ ਜਿਹੜੇ ਪੀਪੀਐਸਸੀ ਦੇ ਵਿੱਚ ਆਣੇ ਨੇ ਉਹ ਆਪਾਂ ਨਾਲ ਦੀ ਨਾਲ ਕਵਰ ਕਰਨੇ ਆ। ਤਾਂ ਆਪਣੇ ਕੋਲ ਆ ਮੇਜਰ ਸਿਲੇਬਸ ਹੈਗਾ ਜਿਓਗ੍ਰਾਫੀ ਦਾ। ਤਾਂ ਜਿਓਗ੍ਰਾਫੀ ਦੇ 3 ਪੋਰਸ਼ਨ ਆਪਣੇ ਕੋਲ ਹੈਗੇ ਆ। ਇਵਨ ਕਿ ਵਰਲਡ ਦਾ ਅਗਰ ਆਪਾਂ ਸਿਲੇਬਸ ਡਿਸਕਸ ਕਰੀਏ ਤਾਂ ਵਰਲਡ ਦੇ ਵਿੱਚ ਸਾਰਾ ਕੁਝ ਆਲਰੇਡੀ ਆ ਜਾਂਦਾ ਹੈ, ਲੇਕਿਨ ਵਰਲਡ ਨੂੰ ਆਪਾਂ ਅਲੱਗ ਤੋਂ ਕਾਊਂਟ ਵੀ ਕਰਕੇ ਚੱਲਣਾ ਹੈ। ਤਾਂ ਜਿਹੜੀ ਫਿਜ਼ੀਕਲ ਰਹੇਗੀ ਇਹ ਸਭ ਤੋਂ ਇੰਪੋਰਟੈਂਟ ਪਾਰਟ ਰਹੇਗਾ। ਅਗਰ ਜਿਓਮੋਰਫੋਲੋਜੀ, ਦੇਖੋ ਆਪਣਾ ਜਿਹੜਾ ਮੇਨ ਫੰਡਾ ਰਹੇਗਾ ਨਾ, ਆਪਾਂ ਪੂਰੀ ਕੋਸ਼ਿਸ਼ ਕਰਾਂਗੇ 2 ਪਾਰਟਸ ਨੂੰ ਇਕੱਠੇ ਚਲਾਉਣ ਦੀ, ਇੰਡੀਅਨ ਤੇ ਫਿਜ਼ੀਕਲ। ਬਿਕੋਜ਼ ਜਦੋਂ ਆਪਾਂ ਇੰਡੀਅਨ ਬਾਰੇ ਗੱਲ ਕਰਾਂਗੇ, ਆਪਾਂ ਜਦੋਂ ਅਰਥਕਵੇਕ ਬਾਰੇ ਗੱਲ ਕਰਾਂਗੇ ਜਾਂ ਆਪਾਂ ਗੱਲ ਕਰਾਂਗੇ, ਦੇਖੋ ਆਪਣਾ ਜਿਹੜਾ ਹਿਮਾਲਿਆ ਰੀਜਨ ਹੈ, ਅਰਥਕਵੇਕ ਆਪਣੇ ਰੀਜਨਸ ਦੇ ਵਿੱਚ ਵੀ ਆਉਂਦੇ ਆ, ਉਹ ਗੱਲ ਅਲੱਗ ਹੈ। ਜਿਹੜਾ ਆਪਣਾ ਹਿਮਾਲਿਆ ਹੈਗਾ ਉੱਥੇ ਵੋਲਕੈਨਿਕ eruption ਨਹੀਂ ਹੁੰਦੀ, ਵੋਲਕੈਨਿਕ eruption ਨਹੀਂ ਆਉਂਦੀ। ਉਹਦਾ ਰੀਜ਼ਨ ਕੀ ਹੈ, ਮਤਲਬ ਆਪਣੇ ਜਿਓਮੋਰਫੋਲੋਜੀ ਦਾ ਇੰਡੀਆ ਦੇ ਉੱਪਰ ਕੀ ਇਫੈਕਟ ਹੈ। ਹੁਣ ਜਿਓਮੋਰਫੋਲੋਜੀ ਦੇ ਵਿੱਚ ਅਗਰ ਮੈਂ ਗੱਲ ਕਰਾਂ ਆਪਣੇ ਸਰਫੇਸ ਦੀ, ਉਹਦੇ ਅੰਦਰ ਚਲੀਏ, ਉਹਦੇ ਅੰਦਰ ਆਪਣੇ ਕੋਲ ਕੀ ਆ ਰਿਹਾ ਹੈ, ਉਹਦੇ ਅੰਦਰ ਆਪਣੇ ਕੋਲ ਸਾਰੇ ਦਾ ਸਾਰਾ ਆ ਰਿਹਾ ਹੈ ਇੰਟਰਨਲ ਸਟਰਕਚਰ ਅਰਥ ਦਾ, ਅੰਦਰ ਆ ਰਿਹਾ ਅਰਥਕਵੇਕ, ਅੰਦਰ ਹੈ ਵੋਲਕੈਨੋ। ਉਹ ਆਪਣੇ ਇੰਡੀਆ ਦੇ ਕਿਹੜੇ ਰੀਜਨਸ ਦੇ ਵਿੱਚ ਆਨੇ ਆ। ਦੈਟ ਮੀਨਸ ਫਿਜ਼ੀਕਲ ਦਾ ਪ੍ਰੋਪਰ ਇੰਪੈਕਟ ਹੈਗਾ ਇੰਡੀਅਨ ਦੇ ਉੱਪਰ। ਤਾਂ ਫਿਜ਼ੀਕਲ ਤੇ ਇੰਡੀਅਨ ਦੇ ਕੁਝ ਪੋਰਸ਼ਨ ਐਜੇ ਵੀ ਮਿਲਣਗੇ ਆਪਾਂ ਜਿਹੜੇ ਕਿ ਨਾਲ ਦੀ ਨਾਲ ਇਕੱਠੇ ਕਵਰ ਕਰਾਂਗੇ। ਤਾਂ ਆਪਣੇ ਕੋਲ ਸਾਰਾ ਜਿਓਗ੍ਰਾਫੀ ਦਾ ਸਿਲੇਬਸ ਸੀ। ਕਲਾਸਿਸ ਬਾਰੇ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ। ਗਿਆਨਮ ਅਬੋਹਰ ਦੀ ਜਿਹੜੀ ਐਪ ਹੈ, ਮੈਂ ਤੇ ਲਿਖ ਦੇਣਾ ਗਿਆਨਮ ਅਬੋਹਰ। ਤਾਂ ਗਿਆਨਮ ਅਬੋਹਰ ਦੀ ਤੁਸੀਂ ਐਪ ਪਲੇ ਸਟੋਰ ਤੋਂ ਵੀ ਡਾਊਨਲੋਡ ਕਰ ਸਕਦੇ ਹੋ। ਪਲੇ ਸਟੋਰ ਤੋਂ ਨਹੀਂ, ਤੁਹਾਨੂੰ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜਾਏਗਾ, ਉੱਥੇ ਤੁਸੀਂ ਡਾਊਨਲੋਡ ਕਰਕੇ ਆਪਣਾ ਜਿਹੜਾ ਬੈਚ ਹੈ ਉਹਦੇ ਲੈਕਚਰਸ ਆਨਲਾਈਨ ਸੁਣ ਸਕਦੇ ਹੋ। ਤਾਂ ਦੇਰ ਨਾ ਕਰੋ, ਬਿਕੋਜ਼ ਆਪਣੇ ਕੋਲ ਜਿਹੜਾ ਟਾਈਮ ਹੈ, ਟਾਈਮ ਕਾਫੀ ਪ੍ਰੀਸ਼ੀਅਸ ਹੈ। ਤਾਂ ਘਰ ਬੈਠੇ ਹੁਣ ਆਪਾਂ ਉਸ ਚੀਜ਼ ਦਾ ਓਪਰਚੁਨਿਟੀ ਆਪਾਂ ਲੈ ਕੇ ਉਹਦਾ ਫਾਇਦਾ ਵੀ ਚੱਕ ਸਕਦੇ ਹਾਂ। ਤਾਂ ਘਰ ਬੈਠੇ ਜਿੰਨੇ ਵੀ ਲੈਕਚਰਸ ਬਣਦੇ ਨੇ ਉਹ ਤੁਹਾਨੂੰ ਆਪਣੇ ਮੋਬਾਈਲ ਤੇ ਮਿਲਣਗੇ, ਇੱਕ ਵਧੀਆ ਕੁਆਲਿਟੀ ਦੇ। ਤੁਹਾਨੂੰ 1-2 ਲੈਕਚਰਸ ਦੇਖ ਕੇ ਪਤਾ ਚੱਲ ਜਾਏਗਾ ਆਪਾਂ 0% ਤੋਂ ਸਟਾਰਟ ਹੋ ਕੇ ਇੱਕ ਅੱਛੇ ਲੈਵਲ ਤੱਕ ਵਿਦ MCQs, ਇਵਨ ਕਿ ਜਿੰਨੇ ਵੀ ਕੁਐਸਚਨਸ ਹੈਗੇ ਨੇ ਲਾਸਟ ਪੇਪਰਸ ਦੇ ਵਿੱਚ ਆਏ ਹੋਏ ਆ, ਆਪਾਂ ਉਹ ਵੀ ਡਿਸਕਸ ਕਰਾਂਗੇ। ਤੇ ਲਾਸਟ ਟਾਈਮ ਜੋ ਬੈਚ ਚੱਲਿਆ ਸੀ ਉਹਦੇ ਵਿੱਚ ਵੀ ਆਪਣੇ ਕਿਰਾਏ ਦੇ ਵਿੱਚੋਂ ਮੋਸਟ ਆਫ ਦੀ ਕੁਐਸਚਨ ਸਿੱਧਾ ਮਿਲੇ ਸੀ। ਐਸੇ ਕਰਕੇ ਜਿਹੜਾ ਗਿਆਨਮ ਅਬੋਹਰ ਦਾ ਰਿਜ਼ਲਟ ਹੈ, ਤੁਸੀਂ ਸੁਣਿਆ ਹੋਣਾ, ਰਿਜ਼ਲਟ ਕਾਫੀ ਹਾਈ ਗਿਆ ਸੀ। ਥੈਂਕ ਯੂ ਸੋ ਮਚ ਆਪਣਾ ਲੈਕਚਰ ਦੇਖਣ ਲਈ। ਤਾਂ ਗਿਆਨਮ ਅਬੋਹਰ ਦੀ ਐਪ ਨਾ ਭੁੱਲਣਾ, ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਲਓ, ਅਦਰਵਾਈਜ਼ ਤੁਸੀਂ ਲਿੰਕ ਤੋਂ ਕਲਿੱਕ ਕਰਕੇ ਸਿੱਧਾ ਦੇਖ ਸਕਦੇ ਹੋ। ਥੈਂਕ ਯੂ।